ਅਗਲੀ ਖਬਰ ਵੱਲ ਚਲੀਏ। ਗਾਜ਼ਾ ਤੇ ਇਜ਼ਰਾਈਲ ਨੂੰ ਲੈ ਕੇ ਇੱਕ ਵਾਰੀ ਫੇਰ ਇਜ਼ਰਾਈਲ ਵਾਲਿਆਂ ਨੇ ਗਾਜ਼ਾ ਦੇ ਵਿੱਚ ਬੰਬਾਰਡਮੈਂਟ ਕੀਤੀ ਆ, ਤੇ ਉਹਨਾਂ ਨੇ ਹਮਾਸ ਨੂੰ ਬਲੇਮ ਕੀਤਾ ਹੈ, ਜਦਕਿ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਗਾਜ਼ਾ ਦੇ ਵਿੱਚ ਰੈਬਲਸ ਸੀਗੇ, ਉਹਨਾਂ ਨੇ ਡੈਡਲੀ ਅਟੈਕ ਕੀਤਾ ਹੈਗਾ ਆਈਡੀਐਫ ਟਰੂਪਸ ਦੇ ਉੱਤੇ, ਜਿਹੜੇ ਇਜ਼ਰਾਈਲੀ ਡਿਫੈਂਸ ਫੋਰਸਸ ਹੈਗੇ, ਜਿਹਦੇ ਨਾਲ ਦੋ ਇਜ਼ਰਾਈਲੀ ਜਿਹੜੇ ਡਿਫੈਂਸ ਦੇ ਬੰਦੇ ਆ ਉਹ ਮਾਰੇ ਵੀ ਗਏ ਆ। ਪਰ ਜਿਹੜੇ ਆ ਉਹਦੇ ਵਿੱਚ ਹਮਾਸ ਵਾਲੇ ਨਹੀਂ ਇਨਵੋਲਵ ਸੀ। ਜੀ ਸੋ ਈਵਨ ਦੋ ਜਿਹੜਾ ਪੀਸ ਵਾਲਾ ਸਾਈਨ ਵੀ ਹੋ ਗਿਆ ਆ, ਤੇ ਇਜ਼ਰਾਈਲ ਵਾਲੇ ਵਾਰ-ਵਾਰ ਫੇਰ ਬਲੇਮ ਕਰ ਰਹੇ ਆ ਹਮਾਸ ਨੂੰ, ਵੀ ਉਹਨਾਂ ਨੇ ਸਾਡੇ ਉੱਤੇ ਅਟੈਕ ਕੀਤਾ ਹੈਗਾ, ਇਹ ਟੈਰਰ ਗਰੁੱਪ ਹੈਗਾ ਆ, ਤੇ ਇਸ ਕਰਕੇ ਜਿਹੜਾ ਅਸੀਂ ਦੁਬਾਰਾ ਕੀ ਫੇਰ ਜਿਹੜੀ ਬੰਬਾਰਡਮੈਂਟ ਕੀਤੀ ਹੈਗੀ ਆ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਲਈ ਇਹ ਕਾਫੀ ਮੁਸ਼ਕਲ ਮੁੱਦਾ ਹੈਗਾ ਵੀ ਇਸ ਨੂੰ ਕਿਸ ਤਰ੍ਹਾਂ ਜਿਹੜੀ ਆ ਲੜਾਈ ਦੁਬਾਰਾ ਕੀ ਨਾ ਸ਼ੁਰੂ ਹੋਵੇ, ਉਸ ਨੂੰ ਪੀਸਫੁਲ ਰੱਖਿਆ ਜਾਵੇ। ਦੋ ਜਿਹੜੇ ਫੌਜੀ ਮਾਰੇ ਗਏ, ਮੇਜਰ ਜਨਰਲ ਜਾਨਿਮ ਕੂਲਾ 26 ਸਾਲਾਂ ਦਾ ਸੀ, ਸਟਾਫ ਸਰਜੈਂਟ ਈਟੀ ਵਾਵੇਜ਼ ਇਹ ਸੀਗਾ 24 ਸਾਲਾਂ ਦਾ। ਇਹਨਾਂ ਦੀ ਜਿਹੜੀ ਮੌਤ ਹੋਈ ਹੈਗੀ ਆ, ਪਰ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਨਹੀਂ, ਜੋ ਹਮਾਸ ਵਾਲੇ ਨਹੀਂ ਇਨਵੋਲਵ ਸੀ, ਉੱਥੇ ਇੱਕ ਹੋਰ ਗਰੁੱਪ ਸੀ ਜਿਨ੍ਹਾਂ ਨੇ ਇਹ ਸ਼ੁਰੂਆਤ ਕੀਤੀ ਸੀ, ਤੇ ਹੁਣ ਇਜ਼ਰਾਈਲ ਵਾਲਿਆਂ ਨੇ ਫੇਰ ਜਿਹੜੀ ਬੰਬਾਰਡਮੈਂਟ ਕੀਤੀ ਹੈਗੀ। ਜੀ ਬਿਲਕੁਲ। ਅਲ ਜਜ਼ੀਰਾ ਰਿਪੋਰਟ ਇਹ ਕਰ ਰਿਹਾ ਵੀ ਟਰੰਪ ਹੁਣਾਂ ਨੇ ਧਮਕੀ ਦਿੱਤੀ ਵੀ ਅਸੀਂ ਹਮਾਸ ਨੂੰ ਰੈਡੀਕੇਟ ਕਰ ਦੇਵਾਂਗੇ। ਹੁਣ ਹਰਜੋਤ ਸਿੰਘ ਜੀ, ਇਹ ਵੀ ਹੁਣ ਦੇਖਣ ਵਾਲੀ ਗੱਲ ਆ ਵੀ ਕੀ ਵਾਕਿਆ ਪੀਸ ਉੱਥੇ ਆਈ ਹੈ ਜਾਂ ਨਹੀਂ ਆਈ, ਜਾਂ ਕਹਿਣ ਨੂੰ ਪੀਸ ਸਬਮਿਟ ਕਰਕੇ ਤੇ ਆਪਾਂ ਕਹਿਤਾ ਵੀ ਹਾਂ ਜੀ ਸ਼ਾਂਤੀ ਜਿਹੜੀ ਉੱਥੇ ਫੈਲ ਗਈ ਆ। ਪਰ ਕਹਿੰਦੇ ਵੀ 57 ਫੈਲਸਤੀਨੀਆਂ ਦੀਆਂ ਜਿਹੜੀਆਂ ਲਾਸ਼ਾਂ ਆ, ਬੋਡੀਜ਼ ਆ, ਉਹ ਹਸਪਤਾਲ ਤੋਂ ਜਿਹੜੀਆਂ ਪਿਛਲੇ 24 ਘੰਟਿਆਂ ਦੇ ਵਿੱਚ ਲਿਆਂਦੀਆਂ ਗਈਆਂ, ਜਿਹੜੀਆਂ 에ਅਰ ਸਟ੍ਰਾਈਕਸ ਜਿੱਦਾਂ ਤੁਸੀਂ ਦੱਸਿਆ ਵੀ ਇਜ਼ਰਾਈਲ ਦੀ ਮਿਲਟਰੀ ਦੇ ਦੁਆਰਾ ਜਿਹੜਾ ਉਹ ਕੀਤਾ ਗਿਆ। 10 ਦਿਨ ਹੋਏ ਆ ਅਜੇ ਇਸ ਚੀਜ਼ ਦੇ ਉੱਤੇ, ਜਿਹੜਾ ਉਹ ਸੀਜ਼ ਫਾਇਰ ਨੂੰ ਜਿਹੜਾ ਉਹ ਹੋਇਆ ਨੂੰ। ਸੋ ਜੇਡੀ ਵੈਂਸ ਗਾਜ਼ਾ ਦੀ ਸੀਜ਼ ਫਾਇਰ ਤੇ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਦੇਰ ਆਰ ਗੋਇੰਗ ਟੂ ਬੀ ਫਿਟਸ ਐਂਡ ਸਟਾਰਟਸ, ਵੀ ਕਿਤੇ ਨਾ ਕਿਤੇ ਛੋਟੇ ਮੋਟੇ ਲੜਾਈਆਂ ਜਿਹੜੀਆਂ ਉਹ ਫਿਰ ਵੀ ਹੁੰਦੀਆਂ ਹੀ ਜਿਹੜੀਆਂ ਉਹ ਰਹਿਣਗੀਆਂ। ਪ੍ਰਾਈਮ ਮਿਨਿਸਟਰ ਨੇਤਨਯਾਹੂ ਜਿਹੜਾ ਇਜ਼ਰਾਈਲ ਦਾ, ਕਹਿੰਦੇ ਵੀ ਉਹ ਸਪੈਸ਼ਲ ਐਨਵਾਇਸ ਸਟੀਵ ਵਿਟਕੌਫ ਤੇ ਟਰੰਪ ਦੇ ਜਵਾਈ ਜੈਰਡ ਕੁਸ਼ਨਰ ਨੂੰ ਉਸ ਦੇ ਉੱਤੇ ਮਿਲਿਆ ਤੇ ਅਪਡੇਟਸ ਜਿਹੜੀਆਂ ਆ ਇਸ ਦੇ ਬਾਬਤ ਦਿੱਤੀਆਂ ਗਈਆਂ ਆ। ਜੇਡੀ ਵੈਂਸ ਤੇ ਉਸਦੀ ਵਾਈਫ ਊਸ਼ਾ ਵੈਂਸ ਉਹ ਕੁਝ ਦਿਨਾਂ ਦੇ ਲਈ ਕਹਿੰਦੇ ਇਜ਼ਰਾਈਲ ਨੂੰ ਵਿਜ਼ਿਟ ਕਰਨਗੇ ਤੇ ਉੱਥੇ ਪ੍ਰਾਈਮ ਮਿਨਿਸਟਰ ਦੇ ਨਾਲ ਮੁਲਾਕਾਤ ਕਰਨਗੇ। ਵੈਂਸ ਉਹਨਾਂ ਨੇ ਇਸ ਚੀਜ਼ ਦਾ ਕੋਈ ਵੀ ਗੱਲ ਕਰਨੀ ਗਵਾਰਾ ਨਹੀਂ ਸਮਝੀ। ਜਿਹੜੇ ਇਜ਼ਰਾਈਲ ਦੇ ਹਮਲਿਆਂ ਦੇ ਵਿੱਚ 40 ਜਿਹੜੇ ਗਾਜ਼ਾ ਦੇ ਲੋਕ ਮਾਰ ਦਿੱਤੇ ਗਏ ਆ, ਤੇ ਉਹਦੇ ਬਾਰੇ ਉਹਨਾਂ ਨੇ ਨਹੀਂ ਦੱਸਿਆ, ਪਰ ਉਹਨਾਂ ਨੇ ਇਹ ਚੀਜ਼ ਕਹਿ ਕੇ, ਜਿੱਦਾਂ ਯੰਗ ਰਿਪਬਲਿਕਨਸ ਜਿਹੜੇ ਆਈ ਲਵ ਹਿਟਲਰ ਤੇ ਇਹਨਾਂ ਨੂੰ ਜਿਹੜੇ ਵੀ ਵੋਟ ਨਹੀਂ ਪਾਉਂਦੇ ਜਾਂ ਉਲਟ ਪਾਉਂਦੇ ਆ, ਉਹਨਾਂ ਨੂੰ ਸੁੱਟਿਆ ਜਾਵੇ ਗੈਸ ਚੈਂਬਰ 'ਚ, ਉਹਦੇ ਬਾਰੇ ਮਜ਼ਾਕ ਜਿਹੇ ਦੇ ਕਹਿਤਾ ਵੀ ਇਹ ਤਾਂ ਨਿਆਣਿਆਂ ਦੇ ਦੁਆਰਾ ਕੀਤੀ ਗਈ ਗੱਲ ਆ। ਵੀ ਉਸ ਤਰੀਕੇ ਦੇ ਨਾਲ ਗੱਲਾਂ ਨੂੰ ਜਿਹੜਾ ਉਹ ਲਾਂਭੇ ਕਰਕੇ ਜਿਹੜਾ ਉਹ ਆਪਣੀ ਗੱਲ ਦੇ ਵਿੱਚ ਅੱਗੇ ਵੱਧ ਚੁੱਕੇ ਹੈਗੇ ਆ। ਸੋ ਉਧਰ ਵੈਸਟ ਬੈਂਕ ਦੇ ਵਿੱਚ ਵੀ ਜਿਹੜਾ ਇਹ ਪਤਾ ਲੱਗ ਰਿਹਾ ਵੀ ਇਜ਼ਰਾਈਲੀ ਜਿਹੜੇ ਸੈਟਲਰਸ ਆ, ਉਹਨਾਂ ਨੂੰ ਉਹਨਾਂ ਦੇ ਫੌਜੀ ਜਿਹੜੀ ਸੁਰੱਖਿਆ ਪ੍ਰਦਾਨ ਕਰਕੇ, ਜਿਹੜੇ ਫਿਲਸਤੀਨੀ ਓਲਿਵ ਪਿਕਰਸ, ਜੈਤੂਨ ਵਾਲੇ ਜਿਨ੍ਹਾਂ ਦੇ ਲੱਗੇ ਆ ਉਹ ਪਿਕਰਸ ਆ, ਉੱਥੇ ਤੱਕ ਲੈ ਕੇ ਗਏ ਤੇ ਉਹਨਾਂ ਸੈਟਲਰਸ ਨੇ ਉਹਨਾਂ ਉੱਤੇ ਹਮਲਾ ਜਿਹੜਾ ਉਹ ਕੀਤਾ ਆ। ਇਜ਼ਰਾਈਲੀ ਫੋਰਸਿਸ ਦੇ ਦੁਆਰਾ ਇੱਕ ਜਿਹੜੀ ਫਾਰਮ ਸੀ ਜੋ ਕਿ ਫੈਲਸਤੀਨੀਆਂ ਦੇ ਦੁਆਰਾ ਓਨ ਕੀਤੀ ਜਾਂਦੀ ਸੀ, ਉਸ ਨੂੰ ਵੀ ਡਿਮੋਲਿਸ਼ ਜਿਹੜਾ ਉਹਨਾਂ ਨੇ ਕਰ ਦਿੱਤਾ ਹੈ ਬਲਡੋਜ਼ਰਾਂ ਦੇ ਨਾਲ। ਹਰਜੋਤ ਸਿੰਘ ਜੀ, ਇਹ ਇਸ ਟਾਈਮ ਉੱਥੇ ਦੀ ਜਿਹੜੀ ਧਰਤੀ ਆ, ਜਿਹੜੇ ਸੈਟਲਰਸ ਆ, ਉਹਨਾਂ ਨੂੰ ਉੱਥੇ ਜਿਹੜਾ ਅੱਗੇ ਲਿਆਂਦਾ ਜਿਹੜਾ ਉਹ ਜਾ ਰਿਹਾ ਆ। ਸੋ ਲਗਾਤਾਰ ਹੌਲੀ ਹੌਲੀ ਵੈਸਟ ਬੈਂਕ ਦਾ ਜਿਹੜਾ ਇਲਾਕਾ ਵੀ ਇਜ਼ਰਾਈਲ ਵਾਲੇ ਸੈਟਲਰਸ ਦੇ ਨਾਮ ਦੇ ਅਧੀਨ, ਵੀ ਇਹ ਤਾਂ ਸਾਡੀ ਹੋਈ ਪੱਕੀ ਜਿਹੜੀ ਉਹ ਥਾਂ ਆ, ਉਹਨਾਂ ਨੂੰ ਫੌਜੀ ਸ਼ਰਨ ਦੇ ਕੇ ਜਾਂ ਫੌਜੀ ਸੁਰੱਖਿਆ ਦੇ ਕੇ ਉਹਨਾਂ ਦੇ ਜ਼ਰੀਏ ਉਹ ਥਾਵਾਂ ਨੂੰ ਹੌਲੀ ਹੌਲੀ ਆਪਣੇ ਕਬਜ਼ੇ ਦੇ ਵਿੱਚ ਲੈ ਰਹੇ ਨੇ।